ਹੈਲੋ एवरीवन, ਅਸੀਂ ਕਰ ਰਹੇ ਸੀਗੇ ਰੈਵਨਿਊ ਬਜਟ ਦੇ ਵਿੱਚ ਵੀ ਵਰ ਡੂਇੰਗ ਰੈਵਨਿਊ ਰਿਸੀਟਸ। ਉਹਦੀਆਂ ਟੈਕਸ ਰਿਸੀਟਸ ਦਾ ਜੋ ਪੋਰਸ਼ਨ ਹੈ ਉਹ ਅਸੀਂ ਖਤਮ ਕਰ ਲਿਆ ਸੀ। ਅੱਗੇ ਅਸੀਂ ਕਰਨਾ ਹੈ ਨਾਨ ਟੈਕਸ ਰਿਸੀਟਸ। ਸਾਨੂੰ ਪਤਾ ਹੈ ਕਿ ਮੇਜਰ ਜੋ ਵੈਸੇ ਗਵਰਨਮੈਂਟ ਦੀ ਰੈਵਨਿਊ ਰਿਸੀਟਸ ਦੇ ਵਿੱਚ ਜੋ ਇਨਕਮ ਆਉਂਦੀ ਹੈ ਉਹ ਕਿੱਥੋਂ ਆਉਂਦੀ ਹੈ? ਟੈਕਸ ਰਿਸੀਟਸ ਤੋਂ, ਠੀਕ ਹੈ। ਲੇਕਿਨ ਨਾਨ ਟੈਕਸ ਰਿਸੀਟਸ ਵੀ ਕਾਫੀ ਮਦਦ ਕਰਦੇ ਨੇ। ਹੁਣ ਹੈਗਾ ਨਾਨ ਟੈਕਸ ਰਸੀਦ ਦੇ ਵਿੱਚ ਫਸਟ ਇਜ਼ ਇੰਟਰਸਟ ਇਨਕਮ। ਇੰਟਰਸਟ ਇਨਕਮ ਕਿੱਥੋਂ ਆ ਰਹੀ ਹੈ ਗਵਰਨਮੈਂਟ ਨੂੰ? ਜਿਵੇਂ ਗਵਰਨਮੈਂਟ ਨੇ ਕੁਝ ਲੋਨਸ ਦਿੱਤੇ ਹੋਏ ਹੈ ਸਟੇਟਸ ਨੂੰ, ਯੂਨੀਅਨ ਟੈਰੀਟਰੀਜ਼ ਨੂੰ, ਈਵਨ ਫੋਰਨ ਕੰਟਰੀਜ਼ ਨੂੰ, ਤਾਂ ਉਹਨਾਂ ਲੋਨਸ ਦੇ ਉੱਤੇ ਜੋ ਇੰਟਰਸਟ ਆਉਂਦਾ ਹੈ ਦੈਟ ਇਜ਼ ਇੰਟਰਸਟ ਇਨਕਮ। ਨੈਕਸਟ ਇਜ਼ ਡਿਵੀਡੈਂਡ ਔਰ ਪ੍ਰੋਫਿਟਸ। ਇਹ ਕਿੱਥੋਂ ਆਉਂਦਾ ਹੈ? ਫਰੋਮ ਪਬਲਿਕ ਸੈਕਟਰ ਯੂਨਿਟਸ। ਜੋ ਸਰਕਾਰੀ ਕੰਪਨੀਜ਼ ਨੇ, ਜੋ ਸਰਕਾਰੀ ਓਨਰਸ਼ਿਪ ਹੈਗੀ ਹੈ ਜਿੱਥੇ, ਔਰ ਪਬਲਿਕ ਸੈਕਟਰ ਬੈਂਕਸ ਵੀ ਇੱਥੇ ਨੇ, ਠੀਕ ਹੈ। ਬਿਕਾਜ਼ ਗਵਰਨਮੈਂਟ ਇਹਨਾਂ ਦੇ ਵਿੱਚ ਕੀ ਹੈ? ਮੈਜੋਰਿਟੀ ਸ਼ੇਅਰ ਹੋਲਡਰ ਹੈ। ਸੋ ਐਜ਼ ਅ ਸ਼ੇਅਰ ਹੋਲਡਰ ਇਹਨਾਂ ਨੂੰ ਗਵਰਨਮੈਂਟ ਨੂੰ ਕੀ ਮਿਲਦਾ ਹੈ ਐਂਡ ਆਫ ਦੀ ਈਅਰ? ਡਿਵੀਡੈਂਡ। ਓਕੇ, ਐਂਡ ਇਹ ਸਾਰੇ ਯੂਨਿਟਸ ਜੋ ਹੈ ਬਿਕਾਜ਼ ਗਵਰਨਮੈਂਟ ਇਹਨਾਂ ਦੀ ਓਨਰ ਹੈ, ਸੋ ਪ੍ਰੋਫਿਟਸ ਵੀ ਕਿਹਨੂੰ ਟ੍ਰਾਂਸਫਰ ਹੁੰਦੇ ਆ? ਗਵਰਨਮੈਂਟ ਆਫ ਇੰਡੀਆ ਨੂੰ। ਓਕੇ, ਨੈਕਸਟ ਇਜ਼ ਗ੍ਰਾਂਟਸ ਐਂਡ ਡੋਨੇਸ਼ਨਸ। ਨਾਓ ਗ੍ਰਾਂਟਸ ਐਂਡ ਡੋਨੇਸ਼ਨਸ ਮੀਨਸ ਕਿ ਫੋਰਨ ਕੰਟਰੀਜ਼ ਤੋਂ ਬਹੁਤ ਸਾਰੀਆਂ ਗ੍ਰਾਂਟਸ ਗਵਰਨਮੈਂਟ ਨੂੰ ਮਿਲ ਜਾਂਦੀਆਂ ਫਰੋਮ ਟਾਈਮ ਟੂ ਟਾਈਮ। ਇੰਸਟੀਟਿਊਸ਼ਨਸ ਜਿਵੇਂ ਵਰਲਡ ਬੈਂਕ, IMF, ਉਹਨਾਂ ਤੋਂ ਕੁਝ ਗ੍ਰਾਂਟ ਇਨ ਏਡਸ ਮਿਲ ਰਹੀਆਂ। that is non-tax receipts, ठीक है। Now the thing is, it's not a loan, it is a grant. We have to make a distinction between a grant and a loan. Loan has to be repaid with interest, grant is not to be repaid, right? Grant is basically a help कर रहा है कोई साडी, ठीक है। Next is user charges, fees and fines. Now ਸਾਨੂੰ ਪਤਾ ਹੈ ਅਸੀਂ ਬਹੁਤ ਸਾਰੇ ਜਿਵੇਂ ਰੇਲਵੇਜ਼ ਹੈ, ਇਟਸ ਅ ਸਰਕਾਰੀ ਇੰਸਟੀਟਿਊਸ਼ਨ, ਠੀਕ ਹੈ। ਸੋ ਰੇਲਵੇਜ਼ ਨੂੰ ਜੋ ਅਸੀਂ ਪੈਸੇ ਦਿੰਦੇ ਆ, ਟਿਕਟ ਪ੍ਰਾਈਸਿਸ, ਇਹ वो दैट मच। फीसिस, ਪਾਸਪੋਰਟ ਬਣਾਉਣਾ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਅੰਡਰ ਆਉਂਦਾ ਹੈ ਪੂਰਾ ਸਿਸਟਮ। ਸੋ ਅਸੀਂ ਜੋ ਪਾਸਪੋਰਟ ਦੀ ਫੀਸ ਦੇ ਰਹੇ ਹਾਂ, ਫਾਈਨਸ, ਕੋਈ ਚਲਾਨ ਹੋ ਰਿਹਾ ਹੈ, ਪੋਸਟਲ ਸਰਵਿਸਿਜ਼ ਨੂੰ ਯੂਜ਼ ਕਰਦੇ ਹਾਂ ਉਹਦੇ ਲਈ ਜੋ ਯੂਜ਼ਰ ਫੀਸ ਦਿੰਦੇ ਆ, ਇਸ ਜੋ ਵੀ ਸਰਕਾਰੀ ਚੀਜ਼ਾਂ ਨੂੰ ਯੂਜ਼ ਕਰਦੇ ਹੋਏ ਜੋ ਯੂਜ਼ਰ ਫੀਸ ਦੇ ਰਹੇ ਹਾਂ, ਐਂਡ ਆਲ ਦੀਜ਼ ਇਹ ਮਿਸਲੇਨੀਅਸ ਦੇ ਵਿੱਚ ਇੱਕ ਤਰ੍ਹਾਂ ਦਾ ਆ ਜਾਂਦਾ ਹੈ। ਇਹ ਹੈ ਨਾਨ ਟੈਕਸ ਰਿਸੀਟਸ। ਸਾਨੂੰ ਜੋ ਮੁੱਦੇ ਦੀ ਗੱਲ ਯਾਦ ਰੱਖਣੀ ਹੈ that tax receipts are always much higher than non tax receipts, ਠੀਕ ਹੈ। ਐਂਡ ਗਵਰਨਮੈਂਟ ਜੋ ਹੈ ਉਹ ਕੋਸ਼ਿਸ਼ ਹੁੰਦੀ ਹੈ ਕਿ ਦੋਨਾਂ ਪਾਸੇ ਇਨਕਰੀਜ਼ ਕਰਦੇ ਰਹੀਏ ਰੈਵਨਿਊ ਟਾਈਮ ਟੂ ਟਾਈਮ। ਦੂਜਾ ਪਾਰਟ ਹੈ ਜੋ ਰੈਵਨਿਊ ਬਜਟ ਦਾ, ਉਹ ਹੈਗਾ ਰੈਵਨਿਊ ਐਕਸਪੈਂਡੀਚਰ। ਅਫਕੋਰਸ ਸਾਨੂੰ ਪਤਾ ਰੈਵਨਿਊ ਕੀ ਹੁੰਦਾ ਹੈ, ਦੈਟ ਮੀਨਸ ਡੇ ਟੂ ਡੇ ਐਕਸਪੈਂਡੀਚਰ। ਜਿਹਦੇ ਨਾਲ ਕੋਈ ਕੈਪੀਟਲ ਐਸਟ ਕ੍ਰੀਏਟ ਨਹੀਂ ਹੋ ਰਿਹਾ, ਜਿਹਦੇ ਨਾਲ ਕੋਈ ਚੀਜ਼ ਨਹੀਂ ਬਣ ਰਹੀ ਹੈ, ਜਿਹਦੇ ਨਾਲ ਕੋਈ ਲੌਂਗ ਟਰਮ ਬੈਨੀਫਿਟ ਲਈ ਕੋਈ ਚੀਜ਼ ਨਹੀਂ ਹੋ ਰਹੀ ਹੈ, ਬਟ ਡੇ ਟੂ ਡੇ ਮੇਨਟੇਨੈਂਸ ਲਈ ਜੋ ਖਰਚੇ ਹੁੰਦੇ ਆ ਦੇ ਆਰ ਰੈਵਨਿਊ ਐਕਸਪੈਂਡੀਚਰ। ਅਫਕੋਰਸ ਦ ਫਰਸਟ ਵਨ ਇਜ਼ ਇੰਟਰਸਟ ਔਨ ਲੋਨਸ, ਠੀਕ ਹੈ। ਇੱਥੇ ਸੀਗਾ ਇੰਟਰਸਟ ਇਨਕਮਸ, ਉੱਥੇ ਇਹਦਾ ਬਿਲਕੁਲ ਉਲਟਾ। ਬਿਕਾਜ਼ ਅਗਰ ਗਵਰਨਮੈਂਟ ਲੋਨ ਦੇ ਰਹੀ ਹੈ ਤਾਂ ਗਵਰਨਮੈਂਟ ਨੇ ਖੁਦ ਲੋਨ ਵੀ ਚੁੱਕਿਆ ਹੁੰਦਾ ਹੈ ਫਰੋਮ ਫੋਰਨ ਕੰਟਰੀਜ਼, ਫਰੋਮ ਬੈਂਕਸ, ਫਰੋਮ ਐਵਰੀਵੇਅਰ, ਠੀਕ ਹੈ। ਦੈਟ ਇਜ਼ interest on loans. Next is subsidies. Subsidies is a major revenue expenditure of the government. We know subsidies ਜਦੋਂ government ਇੱਕ ਤਰ੍ਹਾਂ ਦੀ help ਕਰ ਰਹੀ ਹੈ certain section of the society ਲਈ, ਉਹਨਾਂ ਤੋਂ ਘੱਟ ਪ੍ਰਾਈਸ ਲੈ ਕੇ ਕਿਸੇ ਚੀਜ਼ ਦੀ, ਜਾਂ ਫਿਰ ਉਹਨਾਂ ਨੂੰ ਐਜ਼ ਅ ਕੋਈ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕਰ ਰਹੀ ਹੈ, ਠੀਕ ਹੈ। ਜਿਵੇਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਬਸਿਡੀਜ਼ ਹੈ, ਫੂਡ ਸਬਸਿਡੀਜ਼, ਫਿਊਲ ਸਬਸਿਡੀਜ਼ ਐਂਡ ਆਲ ਦੀਜ਼। ਬਿਕਾਜ਼ ਫਿਊਲ 'ਤੇ ਵੀ, ਪੈਟਰੋਲ ਡੀਜ਼ਲ 'ਤੇ ਵੀ ਗਵਰਨਮੈਂਟ ਹਮੇਸ਼ਾ ਸਬਸਿਡੀ ਦਿੰਦੀ ਆਈ ਹੈ, ਠੀਕ ਹੈ। ਔਰ ਸਬਸਿਡੀਜ਼ 'ਤੇ ਹਮੇਸ਼ਾ ਜਦੋਂ ਵੀ ਗੱਲ ਹੁੰਦੀ ਹੈ ਕਿ ਵੀ ਹੈਵ ਟੂ ਰਿਡਿਊਸ ਆਰ ਐਕਸਪੈਂਡੀਚਰਸ, ਸੋ ਸਬਸਿਡੀਜ਼ 'ਤੇ ਸਭ ਤੋਂ ਜ਼ਿਆਦਾ ਉਹ ਹੁੰਦਾ ਹੈ ਕਿ ਵੀ ਸ਼ੁੱਡ ਰਿਡਿਊਸ ਆਰ ਸਬਸਿਡੀਜ਼, ਵੀ ਸ਼ੁੱਡ, ਠੀਕ ਹੈ। ਨੈਕਸਟ ਇਜ਼ ਗ੍ਰਾਂਟ ਇਨ ਏਡ। ਜੋ ਗਵਰਨਮੈਂਟ ਗ੍ਰਾਂਟ ਇਨ ਏਡ ਦੇ ਰਹੀ ਹੈ ਸਟੇਟਸ ਨੂੰ, ਫੋਰਨ ਕੰਟਰੀਜ਼ ਨੂੰ। ਫੋਰਨ ਕੰਟਰੀਜ਼ ਜਿਵੇਂ ਲਾਈਕ ਨੇਪਾਲ, ਭੂਟਾਨ, ਸ਼੍ਰੀਲੰਕਾ, ਆਲ ਦੀਜ਼, ਠੀਕ ਹੈ। ਨੇਬਰਹੁੱਡ ਦੇ ਵਿੱਚ ਥੋੜ੍ਹਾ ਆਪਣਾ ਉਹ ਬਣਾਉਣ ਦੇ ਲਈ, ਕੁਝ ਜੋ ਸਾਡੇ ਤੋਂ ਥੋੜ੍ਹੀਆਂ ਗਰੀਬ ਕੰਟਰੀਜ਼ ਹੈ ਉਹਨਾਂ ਨੂੰ ਹੈਲਪ ਕਰਨ ਦੇ ਲਈ ਵੀ ਟਾਈਮ ਟੂ ਟਾਈਮ ਅਸੀਂ ਗ੍ਰਾਂਟਸ ਦਿੰਦੇ ਰਹਿੰਦੇ ਹਾਂ, ਸੋ ਦੈਟ ਸਾਡੀ ਇੱਕ ਸੌਫਟ ਡਿਪਲੋਮੇਸੀ ਬਣਦੀ ਰਹੇ। ਨੈਕਸਟ ਜਿਹੜੇ ਹੈ ਸੈਲਰੀ, ਪੈਨਸ਼ਨ, ਆਲ ਦੀਜ਼ ਇਜ਼ ਅ ਮੇਜਰ ਪਾਰਟ ਆਫ ਗਵਰਨਮੈਂਟ ਐਕਸਪੈਂਡੀਚਰ। ਗਵਰਨਮੈਂਟ ਇੰਪਲੋਈਜ਼ ਨੂੰ ਸੈਲਰੀ ਦੇਣਾ, ਆਰਮਡ ਫੋਰਸਿਸ, ਡਿਫੈਂਸ ਸਰਵਿਸਿਜ਼, ਉਹਨਾਂ ਦੀ ਸੈਲਰੀ, ਪੈਨਸ਼ਨ, ਠੀਕ ਹੈ, ਉਹ ਸਾਰਾ ਖਰਚਾ। ਮੇਨਟੇਨੈਂਸ ਐਕਸਪੈਂਡੀਚਰ, ਸਿਵਲ ਐਡਮਿਨਿਸਟ੍ਰੇਸ਼ਨ ਨੂੰ ਮੇਨਟੇਨ ਕਰਨਾ, ਸਟੇਸ਼ਨਰੀ, ਆਲ ਦੀਜ਼ ਛੋਟੇ ਸਾਰੇ ਖਰਚੇ, ਹਰ ਡਿਪਾਰਟਮੈਂਟ ਦਾ ਜੋ ਰੈਵਨਿਊ ਖਰਚਾ ਹਰ ਸਾਲ ਆਉਂਦਾ ਹੈ ਉਹ ਸਭ ਇੱਥੇ ਆ ਰਿਹਾ ਹੈ। ਓਕੇ, ਨਾ ਇਸ ਰੈਵਨਿਊ ਰਿਸੀਟਸ ਔਰ ਐਕਸਪੈਂਡੀਚਰ ਕਰਨ ਤੋਂ ਬਾਅਦ ਸਾਨੂੰ ਜੋ ਇੱਕ ਚੀਜ਼ ਕਰਨੀ ਹੈ ਉਹ ਹੈਗੀ ਡੈਫਿਸਿਟ। ਡੈਫਿਸਿਟ ਮੀਨਸ ਕੀ ਹੈ ਕਿ ਰੈਵਨਿਊ ਇਨਕਮ ਜ਼ਿਆਦਾ ਹੈ ਜਾਂ ਐਕਸਪੈਂਡੀਚਰ, ਠੀਕ ਹੈ। ਇੰਡੀਆ ਦੇ ਵਿੱਚ ਜੋ ਸਾਡੇ ਕੋਲ ਸਿਚੁਏਸ਼ਨ ਹੁੰਦੀ ਹੈ ਉਹਦੇ 'ਚ revenue deficit is basically revenue expenditure minus revenue receipts, ठीक है। now this deficit की कितना shortfall आ रही है सानू, revenue खर्चे
ਖਰਚੇ ਜਿੰਨੇ ਹੈ ਉਹਦੇ ਵਿੱਚ ਜੋ ਰਿਸੀਟਸ ਕਵਰ ਕਰ ਰਹੀਆਂ ਉਹ ਤਾਂ ਠੀਕ ਹੈ, ਬਾਕੀ ਜੋ ਸ਼ਾਰਟਫਾਲ ਆ ਰਹੀ ਹੈ ਰੈਵਨਿਊ ਐਕਸਪੈਂਡੀਚਰ ਨੂੰ ਮੀਟ ਕਰਨ ਦੇ ਲਈ, ਦੈਟ ਇਜ਼ ਰੈਵਨਿਊ ਡੈਫਿਸਿਟ। ਮਾਈਂਡ ਯੂ ਰੈਵਨਿਊ ਡੈਫਿਸਿਟ ਇਜ਼ ਵੈਰੀ ਡੇਂਜਰਸ ਥਿੰਗ, ਬਿਕੋਜ਼ ਬੇਸਿਕਲੀ ਅਸੀਂ ਬੋਰਿੰਗ, ਜੋ ਵੀ ਖਰਚ ਸ਼ਾਰਟਫਾਲ ਆਏਗੀ ਉਹ ਗਵਰਨਮੈਂਟ ਬੋਰੋ ਹੀ ਕਰੇਗੀ। ਅਸੀਂ ਬੋਰੋਇੰਗ ਕਰ ਰਹੇ ਹਾਂ ਲੇਕਿਨ ਫॉर कंजम्पशन, क्योंकि डे टू डे एक्सपेंडिचर्स ही नहीं है, ठीक है। वी आर नॉट बोरोइंग टू क्रिएट एसेट्स और एनीथिंग लाइक दैट, ठीक है। वी आर बोरोइंग की सैलरीज देने ਲਈ, सबसिडीज देने ਲਈ, इंटरस्ट पेमेंट्स ਕਰਨ ਲਈ, ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨ ਲਈ ਅਸੀਂ ਬੋਰੋਇੰਗ ਕਰ ਰਹੇ ਹਾਂ, दैट इज ਰੈਵਨਿਊ ਡੈਫਿਸਿਟ। ਔਰ ਰੈਵਨਿਊ ਡੈਫਿਸਿਟ ਨੂੰ ਘਟਾਉਣ ਦੇ ਲਈ ਕੀ ਹੋ ਸਕਦਾ ਹੈ, ਜਾਂ ਤਾਂ ਰੈਵਨਿਊ ਐਕਸਪੈਂਡੀਚਰਸ ਨੂੰ ਘੱਟ ਕੀਤਾ ਜਾਏ ਜਾਂ ਰੈਵਨਿਊ ਰਿਸੀਟਸ ਨੂੰ ਵਧਾਇਆ ਜਾਏ। ਐਕਸਪੈਂਡੀਚਰ ਨੂੰ ਘੱਟ ਕਰਨ ਦੀ ਕੋਸ਼ਿਸ਼ ਹੁੰਦੀ ਹੈ ਕਿ ਇੰਟਰਸਟ ਪੇਮੈਂਟ ਘਟਣ, ਮੀਨਸ ਨਵੇਂ ਲੋਨ ਘੱਟ ਲਏ ਜਾਣ। ਰੈਵਨਿਊ ਰਿਸੀਟਸ ਨੂੰ ਸਬਸਿਡੀਜ਼, ਰੈਵਨਿਊ ਐਕਸਪੈਂਡੀਚਰ ਦੇ ਵਿੱਚ ਸਬਸਿਡੀਜ਼ ਨੂੰ ਘਟਾਇਆ ਜਾਏ। ਔਰ ਰੈਵਨਿਊ ਰਿਸੀਟਸ ਨੂੰ ਕਿਵੇਂ ਇਨਕਰੀਜ਼ ਕੀਤਾ ਜਾਂਦਾ ਹੈ, ਟੈਕਸ ਰਿਸੀਟਸ, ਨਾਨ ਟੈਕਸ ਰਿਸੀਟਸ, ਇਹਨਾਂ ਨੂੰ ਇਨਕਰੀਜ਼ ਕਰਨਾ। ਸੋ ਐਵਰੀ ਈਅਰ ਵੀ ਸੀ ਕਿ ਗਵਰਨਮੈਂਟ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸ ਤਰ੍ਹਾਂ ਟੈਕਸ ਰੈਵਨਿਊ ਜੋ ਹੈ ਉਹ ਵੱਧਦਾ ਜਾਏ, ਠੀਕ ਹੈ। GST ਜੋ ਲਿਆਉਣ ਦਾ ਪੂਰਾ ਆਈਡੀਆ ਸੀਗਾ ਉਹ ਵੀ ਇਹੀ ਸੀ ਕਿ ਇੰਡਾਇਰੈਕਟ ਟੈਕਸਿਸ ਦੀ ਕਲੈਕਸ਼ਨ ਇਨਕਰੀਜ਼ ਕੀਤੀ ਜਾਏ, ਸਿਸਟਮ ਕਨਵੀਨੀਅੰਟ ਕਰਕੇ ਲੋਕੀ ਜੋ ਹੈ ਉਹ ਟੈਕਸ ਦੀ ਚੋਰੀ ਘੱਟ ਕਰਨ, ਠੀਕ ਹੈ। ਨਾਓ ਇੱਕ ਅਸੀਂ ਚੀਜ਼ ਦੇਖੀ ਸੀਗੀ ਰੈਵਨਿਊ ਐਕਸਪੈਂਡੀਚਰ ਦੇ ਵਿੱਚ ਕਿ ਕੁਝ ਅਸੀਂ ਜੋ ਯੂਨੀਅਨ ਗਵਰਨਮੈਂਟ ਗ੍ਰਾਂਟਸ ਦੇ ਰਹੀ ਹੈ ਟੂ ਸਟੇਟਸ ਔਰ ਯੂਨੀਅਨ ਟੈਰੀਟਰੀਜ਼ ਔਰ ਲੋਕਲ ਬਾਡੀਜ਼, ਉਹਦੇ ਵਿੱਚ ਕੀ ਹੁੰਦਾ ਹੈ ਕਿ ਸਮਟਾਈਮਸ ਜੋ ਉਹ ਸਟੇਟ ਗਵਰਨਮੈਂਟ ਹੈ ਜਾਂ UT ਹੈ, ਉਹ ਕੁਛ ਗ੍ਰਾਂਟਸ ਦਾ ਕੁਛ ਪੋਰਸ਼ਨ ਜੋ ਹੈ ਉਹ ਕੈਪੀਟਲ ਐਸੈਟ ਕ੍ਰੀਏਟ ਕਰਨ ਦੇ ਲਈ ਯੂਜ਼ ਕਰ ਰਹੀ ਹੈ ਨਾ। ਸੋ ਦੈਟ ਮੀਨਸ ਉਹ ਰੈਵਨਿਊ ਨੇਚਰ ਦਾ ਤਾਂ ਨਹੀਂ ਹੋਇਆ, ਠੀਕ ਹੈ। ਸੋ ਬੇਸਿਕਲੀ ਇੱਕ ਹੋਰ ਤਰ੍ਹਾਂ ਦਾ ਅਸੀਂ ਡੈਫਿਸਿਟ ਬਣਾਇਆ ਫਿਰ ਉਹਦੇ ਲਈ, ਇਫੈਕਟਿਵ ਰੈਵਨਿਊ ਡੈਫਿਸਿਟ, ਠੀਕ ਹੈ। ਇਹਦਾ ਫਾਰਮੂਲਾ ਕੀ ਹੁੰਦਾ ਹੈ ਕਿ ਜੋ ਰੈਵਨਿਊ ਡੈਫਿਸਿਟ ਉੱਪਰ ਫਿਗਰ ਆਈ ਉਹਦੇ ਵਿੱਚੋਂ ਉਹ ਗ੍ਰਾਂਟਸ ਨੂੰ ਮਾਈਨਸ ਕਰ ਦੇਣਾ ਜੋ ਗ੍ਰਾਂਟ ਸਟੇਟਸ ਨੇ ਕੈਪੀਟਲ ਐਸੈਟ ਕ੍ਰੀਏਸ਼ਨ ਦੇ ਲਈ ਯੂਜ਼ ਕੀਤੀਆਂ, ਠੀਕ ਹੈ। ਸੋ ਕੁਛ ਗ੍ਰਾਂਟਸ ਜੋ ਸਟੇਟਸ ਜੋ ਹੈ, ਸਟੇਟ ਗਵਰਨਮੈਂਟਸ, ਲੋਕਲ ਬਾਡੀਜ਼ ਕੋਈ ਵੀ ਹੈ, ਉਹ ਗ੍ਰਾਂਟਸ ਨੂੰ ਕੁਛ ਕੈਪੀਟਲ ਐਸੈਟ ਕ੍ਰੀਏਟ ਕਰਨ ਲਈ ਯੂਜ਼ ਕਰ ਰਿਹਾ। ਸੋ ਲੈਟਸ ਸੇ ਗਵਰਨਮੈਂਟ ਨੇ 1 ਲੱਖ ਕਰੋੜ ਦਿੱਤਾ ਪੰਜਾਬ ਗਵਰਨਮੈਂਟ ਨੂੰ। ਸੋ ਪੰਜਾਬ ਗਵਰਨਮੈਂਟ ਨੇ ਕੁਛ ਤਾਂ ਉਹਦੇ ਲਈ ਡੇ ਟੂ ਡੇ ਆਪਣੇ ਖਰਚੇ ਕੀਤੇ, ਤੇ ਕੁਛ ਲਈ ਲੈਟਸ ਸੇ ਇੱਕ ਹਾਈਵੇ ਬਣਾਤਾ, ਹੈ ਨਾ। ਸੋ ਦੈਟ ਮੀਨਸ ਵਾਟ, ਇੱਕ ਕੈਪੀਟਲ ਐਸੈਟ ਕ੍ਰੀਏਟ ਹੋਇਆ। ਸੋ ਉਹਨੂੰ ਰੈਵਨਿਊ ਡੈਫਿਸਿਟ ਦੇ ਵਿੱਚ ਲੈ ਕੇ ਆਉਣਾ ਥੋੜ੍ਹਾ ਜਿਹਾ ਗਲਤ ਹੈ। ਸੋ ਉਹਦੇ ਲਈ ਕੀ ਬਣਾਇਆ ਗਿਆ ਹੈ, ਇਫੈਕਟਿਵ ਰੈਵਨਿਊ ਡੈਫਿਸਿਟ। ਸੋ ਹੁਣ ਜਿਹੜੀ ਇਫੈਕਟਿਵ ਰੈਵਨਿਊ ਡੈਫਿਸਿਟ ਦੀ ਫਿਗਰ ਆਏਗੀ ਉਹ ਬਿਲਕੁਲ ਕੀ ਆਏਗੀ, ਪਿਓਰਲੀ ਉਹ ਰੈਵਨਿਊ ਡੈਫਿਸਿਟ ਜਿਹੜਾ ਪਿਓਰਲੀ ਡੇ ਟੂ ਡੇ ਕੰਜ਼ੰਪਸ਼ਨ ਐਕਸਪੈਂਡੀਚਰ ਦੇ ਲਈ ਯੂਜ਼ ਹੋ ਰਿਹਾ, ਜਿਹਦੇ 'ਚ ਕੋਈ ਕੈਪੀਟਲ ਐਸੈਟ ਕ੍ਰੀਏਸ਼ਨ ਨਹੀਂ ਹੋ ਰਹੀ, ਠੀਕ ਹੈ। ਬੇਸਿਕਲੀ ਕੀ ਹੈ ਕਿ ਓਵਰ ਦ ਪੀਰੀਅਡ ਆਫ ਟਾਈਮ ਜਦੋਂ ਗਵਰਨਮੈਂਟ ਨੂੰ ਆਪਣੇ ਬਜਟ ਦੀ ਜੋ ਸਟੇਟਮੈਂਟ ਹੁੰਦੀ ਹੈ ਉਹਦੇ ਵਿੱਚ ਰੈਵਨਿਊ ਡੈਫਿਸਿਟ ਨੂੰ ਘਟਾਉਣ ਦਾ ਬਹੁਤ ਪ੍ਰੈਸ਼ਰ ਹੁੰਦਾ, ਰਾਈਟ। ਬਟ ਵੀ ਨੋ ਕਿ ਰੈਵਨਿਊ ਡੈਫਿਸਿਟ ਨੂੰ ਘਟਾਉਣਾ ਇਜ਼ ਕੁਆਇਟ ਡਿਫਿਕਲਟ, ਬਿਕੋਜ਼ ਇਹ ਬਹੁਤ ਕਮਿਟਡ ਖਰਚੇ ਨੇ। ਇੰਟਰਸਟ ਦੇਣਾ ਹੈ ਤਾਂ ਉਹ ਕਮਿਟਡ ਹੈ, ਬਿਕੋਜ਼ ਤੁਸੀਂ ਲੋਨ ਲਿਆ ਹੈ ਪਹਿਲਾਂ। ਸੈਲਰੀਜ਼ ਪੈਨਸ਼ਨ ਦੇਣੀ ਹੈ ਗਵਰਨਮੈਂਟ ਇੰਪਲੋਈਜ਼ ਦੀਆਂ, ਉਹ ਵੀ ਕਮਿਟਡ ਖਰਚਾ ਹੈ, ਉਹ ਕਰਨਾ ਹੀ ਕਰਨਾ ਹੈ। ਔਰ ਸਬਸਿਡੀਜ਼ ਜੋ ਹੈ ਉਹ ਗਵਰਨਮੈਂਟ ਇੰਨਾ ਈਜ਼ੀਲੀ ਨਹੀਂ ਘਟਾ ਸਕਦੀ, ਬਿਕੋਜ਼ ਇੰਡੀਆ ਦੇ ਵਿੱਚ ਦੇਰ ਸਟਿਲ ਲਾਰਜ ਨੰਬਰ ਆਫ ਪੀਪਲ ਜੋ ਬਿਲੋ ਪਾਵਰਟੀ ਲਾਈਨ ਰਹਿ ਰਹੇ ਨੇ। ਸੋ ਉਹਨਾਂ ਦੀ ਹੈਲਪ ਕਰਨਾ ਇਜ਼ ਆਲਸੋ ਅ ਰਿਸਪੋਂਸਿਬਿਲਿਟੀ। ਐਂਡ ਸੈਕੰਡਲੀ ਸਬਸਿਡੀਜ਼ ਵੀ ਨੋ ਬਿਕਮਸ ਅ ਪੋਲੀਟੀਕਲ ਇਸ਼ੂ ਐਜ਼ ਵੈਲ। ਸੋ ਤੁਸੀਂ ਸਬਸਿਡੀ ਨਹੀਂ ਘਟਾ ਸਕਦੇ। ਹੁਣ ਜਿਵੇਂ ਪੰਜਾਬ ਗਵਰਨਮੈਂਟ ਜੋ ਹੈ ਜਿਵੇਂ ਬਿਜਲੀ ਦੀ ਸਬਸਿਡੀ ਦਿੰਦੀ ਹੈ ਟੂ ਫਾਰਮਰਸ, ਠੀਕ ਹੈ। ਨਾਓ ਅਗਰ ਉਹ ਫਾਰਮਰਸ ਦੀ ਉਹ ਸਬਸਿਡੀ ਘਟਾਉਣਾ ਚਾਹੇ, ਹਾਲਾਂਕਿ ਇਟਸ ਅ ਜੈਨੂਅਨ ਕਿ ਠੀਕ ਹੈ ਉਹਨਾਂ ਨੂੰ ਹੈਲਪ ਵੀ ਹੈ, ਲੇਕਿਨ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਦੈਟ ਸਬਸਿਡੀ ਮਸਟ ਬੀ ਰਿਡਿਊਸਡ ਜਾਂ ਕੁਛ ਉਹਨੂੰ ਰੈਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਟ ਵੀ ਨੋ ਕਿ ਉਹ ਬਹੁਤ ਵੱਡਾ ਇੱਕ ਪੋਲੀਟੀਕਲ ਇਸ਼ੂ ਵੀ ਹੈ, ਬਿਕੋਜ਼ ਇਟਸ ਨਾਟ ਈਜ਼ੀ ਟੂ ਰਿਡਿਊਸ ਸਬਸਿਡੀਜ਼। ਸੋ ਵੀ ਨੋ ਕਿ ਰੈਵਨਿਊ ਡੈਫਿਸਿਟ ਨੂੰ ਘਟਾਉਣਾ ਇਜ਼ ਬਿਟ ਡਿਫਿਕਲਟ, ਰਾਈਟ। ਸੋ ਇੱਕ ਨਵਾਂ ਫਾਰਮੂਲਾ ਯੂਜ਼ ਕਰਦੇ ਹਾਂ, ਇਫੈਕਟਿਵ ਰੈਵਨਿਊ ਡੈਫਿਸਿਟ, ਸੋ ਦੈਟ ਥੋੜ੍ਹਾ ਹੌਸਲਾ ਰਹੇ ਸਰਕਾਰ ਨੂੰ ਵੀ ਕਿ ਸਾਡਾ ਇੰਨਾ ਵੀ ਰੈਵਨਿਊ ਡੈਫਿਸਿਟ ਨਹੀਂ ਹੋ ਰਿਹਾ। ਓਕੇ, so we'll do capital budget in next video. Thank you.